ਜਾਂਦੇ ਆ ਅਸੀਂ ਕਿਉਂਕਿ ਬੁੱਲੇ ਨੱਚਣੇ ਦਾ ਦੱਸੋ ਕੀ ਸਬੱਬ ਹੋ ਗਿਆ। ਕਿਸੇ ਨੇ ਬੁੱਲੇ ਸ਼ਾਹ ਨੂੰ ਪੁੱਛਿਆ ਸੀ ਕਿ ਬੁੱਲੇ ਨੱਚ ਕਿਉਂ ਰਿਹਾ ਹੈ। ਸਬੱਬ ਦਾ ਮਤਲਬ ਹੁੰਦਾ ਤੂੰ ਕਿਉਂ ਨੱਚ ਰਿਹਾ, ਕਾਰਨ ਕੀ ਹੈ ਤੇਰੇ ਨੱਚਣ ਦਾ। ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਬੁੱਲੇ ਸ਼ਾਹ ਨੇ ਪੈਰੀ ਘੁੰਗਰੂ ਪਾਏ ਸੀ ਕਿਸ ਦੀ ਖਾਤਰ। ਜੇ ਕੰਜਰੀਆਂ ਦੇ ਘਰ ਜਾ ਕੇ ਉਹਨਾਂ ਦੇ ਘਰ 'ਚ ਝੂਠੇ ਬਰਤਨ ਮਾਂਜੇ, ਨੌਕਰਾਂ ਦੀ ਤਰ੍ਹਾਂ ਸੇਵਾ ਕੀਤੀ, ਕਿਹਦੀ ਖਾਤਰ। ਇਹ ਤਾਂ ਬੁੱਲੇ ਸ਼ਾਹ ਨੂੰ ਘਰ 'ਚ ਕੋਈ ਕਮੀ ਨਹੀਂ ਸੀ, ਸੈਯਦ ਜਾਤ ਦੇ ਸੀ, ਘਰ 'ਚ ਸਭ ਕੁਝ ਸੀ, ਅਮੀਰ, ਅੱਛਾ ਘਰ, ਅੱਛਾ ਕੰਮਕਾਰ, ਸਭ ਕੁਝ ਬੁੱਲੇ ਸ਼ਾਹ ਦੇ ਕੋਲ ਸੀ। ਪਰ ਜਦੋਂ ਮੁਰਸ਼ਿਦ ਨਾਰਾਜ਼ ਹੋਇਆ ਤਾਂ ਫਿਰ ਬੁੱਲੇ ਸ਼ਾਹ ਨੂੰ ਪਤਾ ਸੀ ਕਿ ਮੇਰੀ ਉੱਚੀ ਜਾਤ ਉੱਥੇ ਕੰਮ ਨਹੀਂ ਆਣੀ। ਕਿਉਂਕਿ ਕਈ ਵਾਰ ਇਨਸਾਨ ਸੋਚਦਾ ਹੈ ਕਿ ਜਿੱਦਾਂ ਸਮਝ ਲਓ ਕਿ ਦੁਨੀਆ ਹੈ ਨਾ, ਦੁਨੀਆ ਹਮੇਸ਼ਾ ਦੇਖਦੀ ਹੈ ਬੰਦੇ ਦੀ ਜਾਤ ਕੀ ਹੈ, ਇਹ ਉੱਚੀ ਜਾਤ ਦਾ ਹੈ, ਇਹ ਨੀਵੀਂ ਜਾਤ ਦਾ। ਇਹ ਸੰਸਾਰ ਨੇ ਬੰਦੇ ਨੂੰ ਜਾਤਾਂ 'ਚ ਵੰਡ ਕੇ ਰੱਖ ਦਿੱਤਾ। ਪਰ ਜਿਹੜੇ ਰੱਬ ਦੇ ਆਸ਼ਿਕ ਹੈ ਉੱਥੇ ਕਹਿੰਦੇ ਆ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਇਹ ਗੱਲ ਰੱਬ ਦੇ ਘਰ ਦੀ ਨਹੀਂ ਹੋ ਰਹੀ, ਇਹ ਗੱਲ ਮੁਰਸ਼ਿਦ ਦੇ ਘਰ ਦੀ ਹੋ ਰਹੀ ਹੈ। ਇਹ ਮੁਰਸ਼ਿਦ ਦੇ ਘਰ ਵੀ ਤੁਹਾਡੇ ਅਮਲ ਦੇਖੇ ਜਾਣੇ ਹੈ ਕਿ ਤੁਸੀਂ ਅਮਲ ਕੀ ਕਰਦੇ ਹੋ, ਕਰਮ ਕੀ ਕਰਦੇ ਹੋ, ਤੁਸੀਂ ਬੋਲਦੇ ਕਿਸ ਤਰ੍ਹਾਂ ਹੋ, ਚੱਲਦੇ ਕਿਸ ਤਰ੍ਹਾਂ ਹੋ, ਤੁਹਾਡਾ ਹਿਰਦਾ ਕਿਸ ਤਰ੍ਹਾਂ ਦਾ ਹੈ, ਤੁਹਾਡੇ ਮਨ 'ਚ ਵਿਚਾਰ ਕਿਸ ਤਰ੍ਹਾਂ ਦੇ ਹੈ। ਕਿਉਂਕਿ ਕਈ ਵਾਰ ਇਨਸਾਨ ਦੇ ਮਨ 'ਚ ਵਿਚਾਰ ਵੀ ਬੁਰੇ ਹੁੰਦੇ ਹੈ, ਇਨਸਾਨ ਦੇ ਕਰਮ ਵੀ ਬੁਰੇ ਹੁੰਦੇ ਹੈ, ਇਨਸਾਨ ਦੀ ਬੋਲਬਾਣੀ ਵੀ ਬੁਰੀ ਹੁੰਦੀ ਹੈ। ਅਗਰ ਇਹ ਸਾਡੇ ਅਮਲ ਬੁਰੇ ਹੈ ਨਾ ਤਾਂ ਫਿਰ ਅਸੀਂ ਕਦੀ ਉਹਦੀਆਂ ਰਹਿਮਤਾਂ ਤੱਕ ਨਹੀਂ ਪਹੁੰਚ ਸਕਦੇ, ਕਦੀ ਜੀਵਨ ਦੀ ਸਫਲਤਾ ਤੱਕ ਨਹੀਂ ਪਹੁੰਚ ਸਕਦੇ। ਕਿਉਂਕਿ ਗੱਲ ਚਾਹੇ ਰੱਬ ਦੇ ਘਰ ਦੀ ਹੋਵੇ, ਚਾਹੇ ਮੁਰਸ਼ਿਦ ਦੇ ਘਰ ਦੀ ਹੋਵੇ, ਚਾਹੇ ਦੁਨੀਆਦਾਰੀ ਦੀ ਹੋਵੇ, ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਕਾਮਯਾਬ ਜੀਵਨ 'ਚ ਉਹੀ ਹੋਏਗਾ, ਚਾਹੇ ਰੱਬ ਦਾ ਘਰ ਹੋਵੇ, ਚਾਹੇ ਗੁਰੂ ਦਾ ਘਰ ਹੋਵੇ, ਔਰ ਚਾਹੇ ਦੁਨੀਆ ਦਾ ਕੋਈ ਕਾਰੋਬਾਰ ਹੋਵੇ। ਕਾਮਯਾਬ ਉਹੀ ਹੋਏਗਾ ਜਿਹਦੇ ਅੰਦਰ ਮਿਠਾਸ ਹੈ। ਇਹ ਤਾਂ ਤੁਸੀਂ ਆਪ ਵਿਚਾਰ ਕਰਕੇ ਦੇਖੋ ਕਿ ਚਾਹੇ ਇਨਸਾਨ ਰੱਬ ਦੇ ਆਸ਼ਕ ਦੀ ਗੱਲ ਕਰ ਲਵੇ ਔਰ ਚਾਹੇ ਕਿਸੇ ਕਾਮਯਾਬ ਇਨਸਾਨ ਦੀ ਗੱਲ ਕਰ ਲਵੇ, ਉਹਦੇ ਅੰਦਰ ਸ਼ਮਾ ਦਾ ਗੁਣ, ਮਿਠਾਸ ਦਾ ਗੁਣ, ਪ੍ਰੇਮ ਦਾ ਗੁਣ ਬਹੁਤ ਹੁੰਦਾ ਹੈ। ਕਿਉਂਕਿ ਪ੍ਰੇਮ ਹੀ ਹੈ ਜੋ ਦੂਜੇ ਦੇ ਦਿਲਾਂ ਨੂੰ ਜਿੱਤਦਾ ਹੈ। ਔਰ ਜਿਹਨੂੰ ਦੂਜਿਆਂ ਦੇ ਦਿਲਾਂ ਨੂੰ ਜਿੱਤਣ ਦੀ ਕਲਾ ਆ ਗਈ ਨਾ, ਯਾਦ ਰੱਖੋ ਉਹ ਰੱਬ ਦੇ ਘਰ ਵੀ ਕਾਮਯਾਬ ਹੋਏਗਾ, ਦੁਨੀਆ 'ਚ ਵੀ ਕਾਮਯਾਬ ਹੋਏਗਾ। ਕਿਉਂਕਿ ਆਖਰ ਜਿੱਦਾਂ ਕਹਿ ਲਓ ਬਾਤ ਹੈ ਇਨਸਾਨ ਦਾ, ਇਨਸਾਨ ਦੇ ਨਾਲ ਹੀ ਪੈਣਾ ਨਾ। ਔਰ ਅਗਰ ਉਹਦੀ ਆਦਤ ਐਸੀ ਬਣ ਜਾਵੇ, ਉਹਦੇ ਕਰਮ ਐਸੇ ਬਣ ਜਾਣ ਕਿ ਉਹ ਦੂਜੇ ਦੇ ਦਿਲ ਨੂੰ ਜਿੱਤ ਲਵੇ, ਤਾਂ ਜਿਹਦੇ ਦਿਲ ਨੂੰ ਇਨਸਾਨ ਜਿੱਤ ਲੈਂਦਾ ਫਿਰ ਉਹ ਤਾਂ ਉਸ ਇਨਸਾਨ ਦਾ ਹੀ ਹੋ ਜਾਂਦਾ ਹੈ। ਇਸ ਲਈ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਅਮਲ ਦੇਖੇ ਜਾਣੇ ਹੈ ਕਿ ਸਾਡੇ ਅਮਲ ਕੀ ਹੈ, ਸਾਡੇ ਕਰਮ ਕੀ ਹੈ, ਸਾਡੀ ਕਰਨੀ ਕੀ ਹੈ, ਸਾਡੀ ਸੋਚ ਕੀ ਹੈ, ਸਾਡੇ ਵਿਚਾਰ ਕੀ ਹੈ, ਸਾਡੀ ਬੋਲਬਾਣੀ ਕੀ ਹੈ, ਸਾਡਾ ਸੁਭਾਅ ਕੈਸਾ ਹੈ। ਕਿਉਂਕਿ ਇਹੀ ਤਾਂ ਸਾਡੇ ਕਰਮ, ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਕਰਮ ਅੱਛੇ ਹੈ ਜਾਂ ਸਾਡੇ ਕਰਮ ਮਾੜੇ ਹੈ। ਇਸ ਲਈ ਕਿਸੇ ਨੇ ਤੇਰੀ ਜਾਤ ਪੁੱਛਣੀ, ਕਿਉਂਕਿ ਬਾਕੀਆਂ ਦਾ ਤਾਂ ਸਾਨੂੰ ਪਤਾ ਨਹੀਂ। ਪਰ ਤੁਸੀਂ ਸਾਡੇ ਕੋਲ ਬੈਠੇ ਹੋ ਨਾ, ਲੱਖਾਂ ਜੀ ਮਾਲਕਾਂ ਨਾਲ ਜੁੜੇ ਹੋਏ ਆ, ਪਰ ਅੱਜ ਤੱਕ ਅਸੀਂ ਕਦੀ ਕਿਸੇ ਨੂੰ ਸਾਨੂੰ ਪਤਾ ਹੀ ਨਹੀਂ ਇਹਦੀ ਜਾਤ ਕੀ ਹੈ, ਆਹ ਕੌਣ ਆ, ਆਹ ਕੌਣ ਹੈ। ਸਾਨੂੰ ਇੰਨਾ ਪਤਾ ਸਾਰੇ ਸਾਡੇ ਪਿਆਰੇ ਤਾਂ ਸਾਡੇ ਆ, ਸਮਝਦੇ ਹੋ ਕੀ ਮਤਲਬ ਹੀ ਕੋਈ ਨਹੀਂ ਇਹ ਭਾਈ ਤੂੰ ਕੌਣ ਹੈ। ਕਿਉਂਕਿ ਆਮ ਦੇਖਿਆ ਜਾਂਦਾ ਨਾ, ਕਈ ਹੁੰਦਾ ਕਿ ਉੱਥੇ ਹਾਂ ਵੀ ਕਿਹੜੀ ਜਾਤ ਹੈ, ਕਿਹੜਾ ਧਰਮ ਹੈ, ਆ ਜਾ, ਠੀਕ ਹੈ। ਇਸ ਲਈ ਇੱਥੇ ਤੱਕ ਇਨਸਾਨੀਅਤ ਨੂੰ ਦੇਖਿਆ ਜਾਂਦਾ ਹੈ। ਤਾਂ ਹੀ ਤਾਂ ਅਸੀਂ ਹਮੇਸ਼ਾ ਇੱਕ ਸ਼ੇਰ ਕਹੀਦਾ ਹੈ ਕਿ ਨਾ ਗੀਤਾ ਬੁਰੀ ਹੈ ਨਾ ਕੁਰਾਨ ਬੁਰਾ ਹੈ, ਨਾ ਗੀਤਾ बुरी है ना कुरान बुरा है, ना हिंदू बुरा है ना मुसलमान बुरा है, ना गीता बुरी है ना कुरान बुरा है, ना हिंदू बुरा है ना मुसलमान बुरा है, भेजे में जो घुसा है ना वो शैतान बुरा है। बस इंसान के दिमाग में जो शैतान बढ़िया होया ना, जो इंसान ਨੂੰ ਵੰਡ ਕੇ ਬੈਠਾ ਹੈ ਜਾਂ ਤਾਂ ਧਰਮਾਂ ਦੀ ਇੱਕ ਸੋਚ ਲੈ ਕੇ ਬੈਠਾ ਹੈ, ਦਰਅਸਲ ਇਹ ਬੁਰੀ ਸੋਚ ਰੂਪੀ ਸ਼ੈਤਾਨ ਹੀ ਬੁਰਾ ਹੈ ਜੋ ਇਨਸਾਨ ਨੂੰ ਇਨਸਾਨ ਨਾਲ ਲੜਾਈ ਜਾਂਦਾ ਹੈ। ਔਰ ਇਸੇ ਸ਼ੈਤਾਨ ਨੂੰ ਤਾਂ ਜਿੱਤਣਾ ਆਇਆ ਸੀ ਕਿ ਜਦੋਂ ਇਨਸਾਨ ਇਸ ਤਰ੍ਹਾਂ ਦੀ ਉਹਦੀ ਦ੍ਰਿਸ਼ਟੀ ਹੋ ਜਾਵੇ, ਇਸ ਤਰ੍ਹਾਂ ਦੀ ਉਹਦੀ ਆਦਤ ਹੋ ਜਾਵੇ ਕਿ ਜਿਸ ਨੂੰ ਮਿਲੇ
ਉਹਨੂੰ ਇਨਸਾਨੀਅਤ ਦੇ ਨਾਤੇ ਮਿਲੇ, ਪਰਮਾਤਮਾ ਦੇ ਨਾਤੇ ਮਿਲੇ। ਕਿਸੇ ਜਾਤ ਦੇ, ਅਮੀਰ ਗਰੀਬ ਦੇ, ਊਚ ਨੀਚ ਦੇ, ਕਾਲੇ ਗੋਰੇ ਦੇ, ਛੋਟੇ ਬੜੇ ਦੇ ਨਾਤੇ ਨਾਲ ਨਾ ਮਿਲੇ। ਕਿਉਂਕਿ ਤੁਸੀਂ ਸਾਰੇ ਬੈਠੇ ਹੋ ਨਾ, ਅਸੀਂ ਨਹੀਂ ਦੇਖਦੇ ਕਿਹਦਾ ਰੰਗ ਗੋਰਾ ਤੇ ਕਿਹਦਾ ਕਾਲਾ, ਅਸੀਂ ਨਹੀਂ ਦੇਖਦੇ ਕਿਹਦੀ ਹਾਈਟ ਛੋਟੀ ਹੈ ਕਿਹਦੀ ਬੜੀ ਹੈ, ਅਸੀਂ ਨਹੀਂ ਦੇਖਦੇ ਕਿਹੜਾ ਧਨਵਾਨ ਹੈ ਕਿਹੜਾ ਗਰੀਬ ਹੈ, ਸਾਨੂੰ ਇਹਦਾ ਮਤਲਬ ਨਹੀਂ ਹੈ। ਅਸੀਂ ਇਹ ਦੇਖਦੇ ਕਿ ਤੁਹਾਡੇ ਸਭ ਦੇ ਅੰਦਰ ਇੱਕੋ ਹੀ ਨੂਰ ਸਾਨੂੰ ਨਜ਼ਰ ਆਉਂਦਾ ਹੈ, ਜੋ ਸ਼ਾਇਦ ਤੁਹਾਨੂੰ ਨਜ਼ਰ ਨਹੀਂ ਆਉਂਦਾ। ਸਾਨੂੰ ਨਜ਼ਰ ਆਉਂਦਾ ਤਾਂ ਹੀ ਮਿਹਨਤ ਕਰਦੇ ਹਾਂ, ਕਿਉਂਕਿ ਮਾਲੀ ਵੀ ਉਸੇ ਬੀਜ ਤੇ ਮਿਹਨਤ ਕਰਦਾ ਜਿਸ ਬੀਜ 'ਚ ਉਹਨੂੰ ਲੱਗਦਾ ਹੈ ਕਿ ਜੋ ਫਲ ਨਿਕਲ ਸਕਦੇ ਹੈ। ਤਾਂ ਜਿਹੜਾ ਬੀਜ ਹੀ ਖਰਾਬ ਹੋਵੇ, ਹੁਣ ਕਹਿੰਦੇ ਨਾ ਕਈਆਂ ਬੀਜਾਂ ਨੂੰ ਸੁੰਡੀ ਲੱਗੀ ਹੁੰਦੀ, ਕੀੜਾ ਲੱਗਾ ਹੁੰਦਾ, ਤਾਂ ਉੱਤੇ ਮਿਹਨਤ ਨਹੀਂ ਕੀਤੀ ਜਾਂਦੀ। ਸਾਨੂੰ ਪਤਾ ਤੁਹਾਡੇ ਅੰਦਰ ਬਹੁਤ ਕੁਛ ਹੈ, ਬਹੁਤ ਕੁਛ ਤੁਸੀਂ ਜਾਣ ਸਕਦੇ ਹੋ, ਬਹੁਤ ਕੁਛ ਹਾਸਿਲ ਕਰ ਸਕਦੇ ਹੋ, ਬਹੁਤ ਕੁਛ ਤੁਹਾਡੇ ਅੰਦਰੋਂ ਪ੍ਰਗਟ ਹੋ ਸਕਦਾ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਜਾਣਿਆ ਹੈ। ਔਰ ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਦੋਂ ਆਪਣੇ ਆਪ ਨੂੰ ਇਨਸਾਨ ਜਾਣ ਲੈਂਦਾ ਹੈ, ਆਪਣੇ ਅੰਦਰਲੀਆਂ ਛੁਪੀਆਂ ਸ਼ਕਤੀਆਂ ਨੂੰ ਪਹਿਚਾਣ ਲੈਂਦਾ ਹੈ, ਆਪਣੇ ਅੰਦਰ ਛੁਪੀ ਉਸ એનર્ਜੀ ਨੂੰ ਜਾਣ ਲੈਂਦਾ, ਫਿਰ ਉਹਨੂੰ ਇਹ ਚੀਜ਼ ਦਾ ਪਤਾ ਲੱਗਦਾ ਹੈ ਕਿ ਜੋ ਮੇਰੇ ਅੰਦਰ ਮੈਨੂੰ ਨਜ਼ਰ ਆ ਰਿਹਾ, ਉਹ ਸਭ ਦੇ ਅੰਦਰ ਹੈ। ਸਾਰੇ ਉਹ ਚੀਜ਼ ਲੈ ਕੇ ਬੈਠੇ ਹੈ, ਪਰ ਇਹਨੂੰ ਪ੍ਰਗਟ ਕਰਨ ਦੀ ਕਲਾ ਨਹੀਂ ਆਉਂਦੀ। ਇਸ ਲਈ ਤਾਂ ਗੁਰੂਆਂ ਰਹਿਬਰਾਂ ਨੂੰ ਮਿਹਨਤ ਕਰਨੀ ਪੈਂਦੀ ਹੈ। ਤਾਂ ਹੀ ਦੱਸੀਦਾ ਕਿ ਜਦੋਂ ਬੰਦਗੀ ਕਰਨੀ ਹੋਵੇ ਤਾਂ ਗੁਰੂ ਰਹਿਬਰ ਜੰਗਲਾਂ ਚਲੇ ਜਾਂਦੇ, ਇਕਾਂਤ ਵਿੱਚ ਚਲੇ ਜਾਂਦੇ ਹੈ। ਮਹਾਤਮਾ ਬੁੱਧ ਆਪਣਾ ਰਾਜ ਛੱਡ ਕੇ ਜੰਗਲ ਚਲੇ ਗਏ, 6 ਸਾਲ ਬੜੀ ਮਿਹਨਤ ਕੀਤੀ, ਪਰ 6 ਸਾਲ ਬਾਅਦ ਜਦੋਂ ਆਪਣੇ ਆਪ ਨੂੰ ਜਾਣਿਆ ਤਾਂ ਫਿਰ ਜੰਗਲ ਛੱਡ ਕੇ ਵਾਪਸ ਨਗਰ 'ਚ ਆ ਗਏ। ਕਿਉਂ? ਤਾਂ ਕਿ ਹੁਣ ਜੋ ਮੈਂ ਜਾਣਿਆ ਉਹ ਦੂਜਿਆਂ ਨੂੰ ਵੀ ਸਮਝਾ ਕੇ ਉਸ ਤੱਕ ਲੈ ਕੇ ਜਾਵਾਂ, ਉਸ ਆਨੰਦ ਤੱਕ ਲੈ ਕੇ ਜਾਵਾਂ ਜੋ ਇਨਸਾਨ ਦੇ ਅੰਦਰ ਹੈ। ਇਸ ਲਈ ਹਜ਼ੂਰ ਮੁਹੰਮਦ ਸਾਹਿਬ ਵੀ 40 ਸਾਲ ਤੱਕ ਗਾਰੇ ਹੀਰਾ ਦੇ ਅੰਦਰ ਜਾ ਕੇ ਇਬਾਦਤ ਕਰਦੇ ਰਹੇ। ਹਜ਼ੂਰ ਗੌਸ ਵੀ 25 ਸਾਲ ਤੱਕ ਜੰਗਲਾਂ 'ਚ ਜਾ ਕੇ ਇਬਾਦਤ ਕਰਦੇ ਰਹੇ, ਪਰ ਜਦੋਂ ਉਹ ਮੰਜ਼ਿਲ ਨੂੰ ਪਾ ਲਿਆ ਫਿਰ ਵਾਪਸ ਆਏ, ਫਿਰ ਦੁਨੀਆ ਨੂੰ ਸਮਝਾਇਆ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿਸ ਵੇਲੇ ਪਤਾ ਲੱਗ ਜਾਂਦਾ ਨਾ ਕਿ ਤੁਸੀਂ ਕੀ ਲੈ ਕੇ ਬੈਠੇ ਹੋ, ਜਿੱਦਾਂ ਹੀ ਕਹੀਦਾ ਨਾ ਕਿ ਭੀਖਾ ਜੀ ਦੀ ਬਾਣੀ ਹੈ ਕਿ ਭੀਖਾ ਭੂਖਾ ਕੋਈ ਨਹੀਂ, ਸਭ ਕੀ ਗਠੜੀ ਲਾਲ ਹੈ। ਤੁਸੀਂ ਤਾਂ ਐਵੇਂ ਰੋਂਦੇ ਰਹਿੰਦੇ ਹੋ, ਹਾਏ ਮੈਂ ਭੁੱਖਾ ਆ, ਮੈਂ ਨੰਗਾ ਆ, ਮੈਂ ਭਿਖਾਰੀ ਆ, ਮੈਂ ਮੰਗਤਾ ਆ, ਮੈਂ ਖਾਲੀ ਆ, ਮੈਂ ਬੜਾ ਦੁਖੀ ਆ, ਮੈਂ ਬੜਾ ਪਰੇਸ਼ਾਨ ਹੈ, ਮੈਨੂੰ ਆਹ ਨਾ ਕਮੀ ਆ ਜਾਵੇ, ਮੈਨੂੰ ਉਹ ਨਾ ਕਮੀ ਆ ਜਾਵੇ। ਉਹ ਕਹਿੰਦੇ ਕੋਈ ਕਮੀ ਨਹੀਂ ਆ ਸਕਦੀ ਤੁਹਾਨੂੰ। ਇਹ ਗੱਲ ਹਮੇਸ਼ਾ ਯਾਦ ਰੱਖੋ, ਕਮੀ ਸਿਰਫ ਸੋਚ ਅੰਦਰ ਹੈ, ਉਹਦੇ ਘਰ 'ਚ ਕੋਈ ਕਮੀ ਨਹੀਂ ਹੈ। ਤਾਂ ਜੇ ਤੁਸੀਂ ਉੱਤੇ ਵਿਸ਼ਵਾਸ ਰੱਖੋ ਤਾਂ ਜੀਵਨ 'ਚ ਕਮੀ ਕੋਈ ਆ ਹੀ ਨਹੀਂ ਸਕਦੀ ਤੁਹਾਨੂੰ, ਕਿਉਂਕਿ ਤੁਹਾਡੇ ਅੰਦਰ ਬਹੁਤ ਬੜੀ ਸ਼ਕਤੀ ਹੈ ਜਿਹੜੀ ਸਭ ਕੁਛ ਖਿੱਚਣਾ ਜਾਣਦੀ ਹੈ, ਸਭ ਕੁਛ ਆਪਣੇ ਆਪ ਹੀ। ਬਸ ਤੁਸੀਂ ਪੋਜ਼ਿਟਿਵ ਸੋਚ ਨਾਲ ਚੱਲਣਾ ਸ਼ੁਰੂ ਕਰੋ ਕਿ ਮੈਨੂੰ ਕੋਈ ਕਮੀ ਨਹੀਂ ਆ ਸਕਦੀ, ਮੇਰੇ ਕੋਲ ਸਭ ਕੁਛ ਭਰਪੂਰ ਹੈ। ਸਮਝਦੇ ਹੋ ਕਿ ਨਹੀਂ? ਇੱਕ ਬੰਦਾ ਕਹਿੰਦਾ ਮੇਰੇ ਅਕਾਊਂਟ 'ਚ 100 ਰੁਪਇਆ ਹੈ, ਪਰ ਮੰਨਣਾ ਸ਼ੁਰੂ ਕਰੋ ਕਿ ਜਿੱਥੇ ਮੇਰਾ ਮਾਲਿਕ ਹੈ ਸਭ ਕੁਛ ਭਰਪੂਰ ਹੈ, ਮਿਹਨਤ ਕਰਨੀ ਔਰ ਮੈਨੂੰ ਪਤਾ ਸਭ ਕੁਛ ਆਏਗਾ, ਤਾਂ ਤੁਸੀਂ ਦੇਖੋਗੇ 100 ਤੋਂ 1000, 1000 ਤੋਂ 10,000 ਭਲੀ ਉਹ ਬਰਕਤ ਇੰਨੀ ਹੋਣੀ ਸ਼ੁਰੂ ਹੋ ਜਾਏਗੀ। ਪਰ ਜੇ ਇਨਸਾਨ ਸੋਚੇ ਲੱਖ ਹੈ ਪਰ ਕਿਤੇ ਘਟ ਨਾ ਜਾਵੇ, ਕਿਤੇ ਖਤਮ ਨਾ ਹੋ ਜਾਵੇ, ਘਾਟੇ ਵਾਲੇ ਸੋਚਣ ਵਾਲਾ ਬੰਦਾ ਹਮੇਸ਼ਾ ਘਾਟੇ 'ਚ ਹੀ ਰਹਿ ਜਾਂਦਾ ਹੈ। ਤਾਂ ਵੱਧ ਸੋਚਣ ਵਾਲਾ ਬੰਦਾ, ਪੋਜ਼ਿਟਿਵ ਸੋਚਣ ਵਾਲਾ ਬੰਦਾ ਕਿ ਮੈਂ ਮਿਹਨਤ ਕਰਨੀ ਹੈ, ਮੈਨੂੰ ਪਤਾ ਕਮੀ ਨਹੀਂ ਕੋਈ ਆ ਸਕਦੀ, ਉਹਨੂੰ ਕਮੀ ਆਉਂਦੀ ਵੀ ਨਹੀਂ ਕੋਈ ਵੀ। ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਜਿਸ ਤਰ੍ਹਾਂ ਅਸੀਂ ਇੱਥੇ ਕਿਹਾ ਨਾ ਕਿ ਤੁਹਾਡੇ ਅਮਲ ਕੀ ਹੈ, ਤੁਹਾਡੀ ਕਰਨੀ ਕੀ ਹੈ, ਉਸ ਮਾਲਿਕ ਦੇ ਘਰ 'ਚ ਇਹੀ ਚੀਜ਼ਾਂ ਜਿਹੜੀਆਂ ਨਾ ਮਾਇਨੇ ਰਖਾਉਂਦੀਆਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਬਾਕੀ ਜਿਸ ਤਰ੍ਹਾਂ ਦੱਸ ਰਹੇ ਸੀ ਭੀਖਾ ਭੂਖਾ ਕੋਈ ਨਹੀਂ, ਕਿ ਇੱਥੇ ਕੋਈ, ਉਹ ਕਹਿੰਦੇ ਭੀਖਾ ਭੂਖਾ ਕੋਈ ਨਹੀਂ, ਸਭ ਕੀ ਗਠੜੀ ਲਾਲ, ਕਿ ਸਾਰੇ ਤਾਂ ਉਹ ਲਾਲ ਲੈ ਕੇ ਬੈਠੇ, ਪਰ ਕੰਗਾਲ ਕਿਉਂ ਹੈ, ਖਾਲੀ ਕਿਉਂ ਹੈ? ਗਿਰਹਾ ਖੋਲ ਨਾ ਸਕਹੀ ਤਾਂ ਤੇ ਭੇ ਕੰਗਾਲ। ਗਿਰਹਾ ਕਹਿ ਦਿੰਦੇ ਗੰਢ ਨੂੰ, ਗੱਠ ਨੂੰ। ਤੁਹਾਡੇ ਅੰਦਰ ਇੱਕ ਗੱਠ ਪਈ ਹੋਈ ਹੈ ਨਾ, ਉਹ ਗੱਠ ਨਹੀਂ ਤੁਹਾਨੂੰ ਖੁੱਲ੍ਹਣੀ ਆਉਂਦੀ। ਉਹ ਗੱਠ ਤੁਹਾਡੀ ਮੈਂ ਦੀ ਗੱਠ ਹੈ, ਹੰਕਾਰ ਦੀ ਗੱਠ ਹੈ, ਬੁਰਾਈਆਂ ਦੀ ਗੱਠ ਹੈ। ਕਿ ਕਰੀ ਬੁਰਾਈਆਂ ਜਾਣੀਆਂ ਤਾਂ ਬਾਹਰੋਂ ਅੱਛਾ ਬਣਨ ਦੀ ਕੋਸ਼ਿਸ਼ ਕਰਨੀ, ਅੱਛਾ ਦਿਖਾਉਣ ਦੀ ਕੋਸ਼ਿਸ਼ ਕਰਨੀ। ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਕਹਿੰਦੇ ਨਾ, ਦਿਲ ਕਾਲੇ ਨਾਲੋਂ ਮੂੰਹ ਕਾਲਾ ਚੰਗਾ। ਦਿਲ ਕਾਲੇ ਨਾਲੋਂ ਨਾ ਮੂੰਹ ਗੋਰਾ ਹੋਵੇ, ਦਿਲ ਕਾਲਾ ਹੋਵੇ, ਉਹ ਮਾੜੀ ਗੱਲ ਹੈ, ਉਹ ਰੱਬ ਨੂੰ ਕਦੇ ਨਹੀਂ ਪਾ ਸਕਦਾ। ਪਰ ਮੂੰਹ ਬੇਸ਼ੱਕ ਕਾਲਾ ਹੋਵੇ, ਦਿਲ ਚੰਗਾ ਹੋਣਾ ਚਾਹੀਦਾ ਹੈ। ਦਿਲ ਦੇ ਵਿੱਚ ਇਨਸਾਨ ਨੂੰ ਪਤਾ ਹੈ, ਬਾਹਰੋਂ ਅੱਛਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਫਿਰ ਬੰਦਾ ਸੋਚੇ ਕਿ ਉਹ ਰੱਬ ਨੂੰ ਪਤਾ ਨਹੀਂ ਹੈ, ਉਹਨੂੰ ਸਭ ਕੁਛ ਪਤਾ ਹੈ। ਦਰਅਸਲ ਇਹ ਗੰਢਾਂ ਨਹੀਂ ਖੁੱਲ੍ਹਣੀਆਂ ਆਉਂਦੀਆਂ ਬੰਦੇ ਨੂੰ, ਆਪਣੀਆਂ ਕਮੀਆਂ ਦੀਆਂ, ਆਪਣੀਆਂ ਬੁਰਾਈਆਂ ਦੀਆਂ, ਆਪਣੇ ਹੰਕਾਰ ਦੀਆਂ, ਆਪਣੀ ਮੈਂ ਦੀਆਂ। ਅਗਰ ਇਹ ਗੰਢਾਂ ਬੰਦਾ ਖੋਲ੍ਹ ਦੇਵੇ ਨਾ, ਤਾਂ ਫਿਰ ਉਹ ਲਾਲ
ਸਾਹਮਣੇ ਆ ਜਾਵੇ, ਔਰ ਫਿਰ ਪਤਾ ਲੱਗੇ ਮੈਂ ਭਿਖਾਰੀ ਨਹੀਂ ਸੀ, ਮੈਂ ਗਰੀਬ ਨਹੀਂ ਸੀ, ਮੈਂ ਤਾਂ ਬਹੁਤ ਬੜਾ ਅਨਮੋਲ ਖਜ਼ਾਨਾ ਲੈ ਕੇ ਬੈਠਾ ਸੀ। ਕਿਉਂਕਿ ਕਬੀਰ ਸਾਹਿਬ ਨੇ ਵੀ ਕਿਹਾ ਨਾ ਕਿ ਲਾਲੀ ਮੇਰੇ ਲਾਲ ਕੀ ਜਿਤ ਦੇਖੋ ਤਿਤ ਲਾਲ ਕੀ, ਉਹਦੀ ਲਾਲੀ ਤਾਂ ਸਾਡੇ ਅੰਦਰ ਹੀ ਹੈ, ਪਰ ਉਹ ਦੇਖਣੀ ਪੈਣੀ ਹੈ ਸਾਨੂੰ ਅੰਦਰ ਜਾ ਕੇ। ਇਸ ਲਈ ਭੀਖਾ ਭੂਖਾ ਕੋਈ ਨਹੀਂ, ਸਭ ਕੀ ਗਠੜੀ ਲਾਲ, ਗਿਰਹਾ ਖੋਲ ਨਾ ਸਕਹੀ ਤਾਂ ਤੇ ਭੈ ਕੰਗਾਲ। ਕਿ ਧਨ ਹੈ